नाज़रीन, हम टिंडी की फसल में मौजूद हैं, जो हम खाते हैं, सब्ज़ी है टिंडी। इसके फार्मर के साथ हम मौजूद हैं, उनसे हम पूछते हैं कि इसका जो है वो सोइंग टाइम क्या है, लगाते कब में, मौसम क्या है, और जितने भी इसके बारे में सवालात होंगे हम उस काश्तकार से पूछते हैं। अस्सलाम वालेकुम जी। वालेकुम अस्सलाम जी। अच्छा जी, सानू ਇਹਦਾ ਟਾਈਮ ਦੱਸੋ ਕਦੋਂ ਇਹਨੂੰ ਤੁਸੀਂ ਕਾਸ਼ਤ ਕੀਤਾ ਹੈ, ਔਰ ਉਸ ਤੋਂ ਇਲਾਵਾ ਇਹਦੇ ਨਾਲ ਰਿਲੇਟਡ ਜਿੰਨੀਆਂ ਵੀ ਚੀਜ਼ਾਂ ਹਨ ਉਹ ਤੁਸੀਂ ਸਾਨੂੰ ਸਾਡੇ ਨਾਜ਼ਰੀਨ ਨੂੰ ਦੱਸੋ। ਇਹ 10ਵੇਂ ਮਹੀਨੇ ਦੀ 26 ਤਰੀਕ ਨੂੰ ਕਾਸ਼ਤ ਕੀਤੀ ਜੀ। ਅੱਛਾ ਜੀ, ਠੀਕ ਹੈ ਜੀ। ਇਹਨੂੰ ਪਹਿਲੇ ਕੋ ਪਾਣੀ ਲਾਇਆ, ਦੂਸਰੇ ਪਾਣੀ ਤੇ ਇਹਨੂੰ ਡੀਏਪੀ ਦੀ ਬੋਰੀ ਔਰ ਸਲਫਰ 4 ਕਿਲੋ ਔਰ ਪੋਟਾਸ਼ ਉਹ ਲਾਈ। ਉਸ ਤੋਂ ਬਾਅਦ 2 ਪਾਣੀ ਲਾ ਕੇ ਤੀਸਰੇ ਚੌਥੇ ਪਾਣੀ ਤੇ ਫਿਰ ਨਾਈਟ੍ਰੋਫਾਸ ਦੀ ਬੋਰੀ ਲਾਈ। ਅੱਛਾ, ਸਹੀ। ਔਰ ਯੂਰੀਆ ਜਿਹੜੀ ਉਹ ਇਹਦੇ ਪਾਸ ਵੀ ਨਹੀਂ ਆਣੀ ਚਾਹੀਦੀ। ਸਹੀ ਸਹੀ। ਉਹ ਫਸਲ ਨੂੰ ਖਰਾਬ ਕਰਦੀ, ਉਹ ਵਾਇਰਸ ਲਿਆਉਂਦੀ। ਸਹੀ ਸਹੀ। 10ਵੇਂ ਮਹੀਨੇ ਦੀ ਲੱਗੀ, ਹੁਣ 12ਵੇਂ ਮਹੀਨੇ ਦੀ ਅੱਜ 13-14 ਤਰੀਕ ਹੋ ਗਈ। ਅੱਜ ਅਸੀਂ ਇਹਦੀ ਤੁੜਾਈ ਸ਼ੁਰੂ ਕੀਤੀ। ਅੱਜ ਪਹਿਲੀ ਤੁੜਾਈ ਹੋ ਪਹਿਲੀ ਤੁੜਾਈ ਸ਼ੁਰੂ ਕੀਤੀ ਜੀ। ਅੱਛਾ, ਤੇ ਉਸ ਤੋਂ ਇਲਾਵਾ ਇਹਦੇ ਵਿੱਚ ਸਾਨੂੰ ਧਨੀਆ ਵੀ ਨਜ਼ਰ ਆ ਰਿਹਾ। ਧਨੀਆ ਵੀ ਜੇ ਫਿਰ ਇਸ ਕੋਲੋਂ ਲਾਵੀਦਾ ਵੀ ਥੋੜਾ ਘਣਾ ਖਰਚਾ ਚੱਲ ਜਾਂਦਾ ਜੀ। ਵੀ ਮਿਹਨਤ ਮੁਹਨਤ ਵੀ ਚਲੋ ਹੁਣ ਕੋਈ 1 ਕਿਲੋ ਵੀ ਵਾੜ ਲਿਆ ਤਾਂ ਕੋਈ 200-400 ਨਾਲ ਰਲੇਗਾ ਨਾ, ਘਟੇਗਾ ਤਾਂ ਨਹੀਂ ਨਾ। ਨੇਰਾ ਫਿਰ ਇਹਨੂੰ ਟਿੰਡੀ ਤੇ ਰੱਖੀਏ ਤੇ ਇਹ ਜਗ੍ਹਾ ਫਿਰ ਵਿਹਲੀ ਰਹਿ ਜਾਂਦੀ ਵਿੱਚ। ਅੱਛਾ, ਜਦੋਂ ਵੀ ਅਸੀਂ ਕਿਸੇ ਵੀ ਚੀਜ਼ ਦੇ ਬਾਰੇ ਗੱਲ ਕਰਨੇ ਆ ਤਾਂ ਸਭ ਤੋਂ ਪਹਿਲਾਂ ਹਾਂਜੀ, ਉਹ ਕਈ ਬੰਦੇ ਨਹੀਂ ਲਾਉਂਦੇ ਟਿੰਡੀ ਵਿੱਚ ਵੀ ਫਸਲ ਵੀ, ਉਹ ਆਉਂਦੇ ਵੀ ਖਾਲੀ ਟਿੰਡੀ ਲਾਣੀ। ਅੱਛਾ, ਇਹਦਾ ਕੋਈ ਮਸਲਾ ਨਹੀਂ? ਨਹੀਂ, ਕੋਈ ਮਸਲਾ ਨਹੀਂ ਹੁੰਦਾ ਇਹਦਾ, ਕੋਈ ਰਿਜ਼ਲਟ ਨਹੀਂ ਹੁੰਦਾ ਵੀ ਇਹ ਨੁਕਸਾਨ ਕਰੇ ਜਾਂ ਜਿਹੜਾ ਵੀ ਟਿੰਡੀ ਨੂੰ ਨੁਕਸਾਨ ਦੇਵੇ। ਅੱਛਾ, ਜਦੋਂ ਵੀ ਅਸੀਂ ਕਿਸੇ ਚੀਜ਼ ਦੇ ਬਾਰੇ ਗੱਲ ਕਰਨੇ ਆ ਨਾ ਤਾਂ ਸਾਡੇ ਸੁਣਨ ਵਾਲੇ ਦੋਸਤ ਇਹ ਜਾਣਨਾ ਜ਼ਰੂਰੀ ਸਮਝਦੇ ਨੇ ਕਿ ਇਹਦੇ ਬੀਜ ਦਾ ਕਿੰਨਾ ਖਰਚਾ ਹੋਇਆ, ਬੀਜ ਕਿੰਨਾ ਲੱਗਿਆ, ਕਿਸ ਤਰੀਕੇ ਨਾਲ ਲੱਗਿਆ। ਬੀਜ ਇਹਦਾ 1400 ਦਾ ਪੈਕਟ ਹੁੰਦਾ ਤੇ 13 ਪੈਕਟ ਲੱਗਦੇ ਨੇ 1 ਏਕੜ ਵਿੱਚ। ਅੱਛਾ, ਠੀਕ ਹੈ ਜੀ। ਉਹਦਾ ਹਿਸਾਬ ਲਾ ਲਓ, 20,000 ਦਾ ਬਣ ਜਾਏ, 21 ਦਾ ਬਣ ਜਾਏ, 19 ਦਾ ਬਣ ਜਾਵੇ। ਉਹ ਹਿਸਾਬ ਨਾਲ ਜਿੰਨੀ ਕਾਸ਼ਤ ਕਰੋਗੇ, ਜਿੰਨਾ ਉਹਨਾਂ ਕਿਹਾ ਵੀ ਮਿੱਠਾ ਪਾਵੋਗੇ, ਗੁੜ ਪਾਵੋਗੇ, ਉਹਨਾਂ ਮਿੱਠਾ ਹੋਵੇਗਾ। ਜੋ ਥੋੜਾ ਵੀ ਲੱਗ ਜਾਂਦਾ, ਜ਼ਿਆਦਾ ਵੀ ਲੱਗ ਜਾਂਦਾ। ਜੋ ਕੋਠਾ ਥੋੜਾ ਜਿਹਾ ਵੱਡਾ ਕਾੜ ਲਈਏ ਤੇ ਉਹਦੇ ਵਿੱਚ ਫਿਰ ਇਹ ਵੀ ਘੱਟ ਲੱਗੇਗਾ। ਇਹ 55-56 ਕੋਠਾ ਨਿਕਲਾ ਹੈ। ਕਈ ਬੰਦੇ 42 ਕੋਠੇ ਕੱਢਦੇ ਨੇ। ਸਹੀ ਸਹੀ ਸਹੀ। ਹਾਂ, ਤੇ ਉਹਦੇ ਵਿੱਚ ਫਿਰ ਉਹ 12 ਕੁ ਪੈਕਟ 11-12 ਪੈਕਟ ਲੱਗਦੇ, ਲੇਕਿਨ ਅਸੀਂ 14 ਪੈਕਟ ਲਾਏ ਨੇ ਇਹਦੇ। ਸਹੀ ਹੈ। ਅੱਛਾ, ਜ਼ਮੀਨ ਦਾ ਠੇਕਾ ਪਾ ਕੇ ਹੁਣ ਤੱਕ ਯਾਨੀ ਕਿ ਪਹਿਲੀ ਤੁੜਾਈ ਤੱਕ ਕਿੰਨਾ ਖਰਚਾ ਆ ਚੁੱਕਿਆ? ਇਹ ਜ਼ਮੀਨ ਦਾ ਠੇਕਾ ਪਾਈਏ ਤਾਂ ਫਿਰ 60,000 ਨੂੰ ਪਹੁੰਚ ਗਿਆ ਜੀ। ਸਹੀ ਹੈ। ਹਾਂਜੀ, 20,000 ਬੀਜ ਦਾ ਖਰਚਾ ਆ ਗਿਆ, ਕੋਈ 15-20,000 ਦੀ ਖਾਦ ਹੋ ਗਈ, 10,000 ਦਾ ਪਾਣੀ ਦਾ ਡੀਜ਼ਲ ਸੜ ਗਿਆ, 20,000 ਰੁਪਇਆ 60,000 ਨੂੰ ਠੇਕਾ ਹੈ ਏਕੜ। ਸਹੀ ਹੈ। ਤੇ 20,000 ਫਸਲ ਤੇ ਖਰਚਾ ਠੇਕਾ ਪੈ ਜਾਂਦਾ ਹੈ। ਅੱਛਾ, ਸਪਰੇ ਵਗੈਰਾ ਇਹਨਾਂ ਤੇ ਕਰ ਚੁੱਕੇ ਹੋ? ਸਪਰੇ 3 ਕੀਤੇ ਨੇ ਜੀ। ਅੱਛਾ, ਇੱਕ ਗੰਦ ਵਾਲਾ ਕੀਤਾ ਸੀ, ਉਸ ਤੋਂ ਬਾਅਦ 2 ਜਿਹੜੇ ਪਾਊਡਰ ਮਾਰੇ ਨੇ। ਸਹੀ ਸਹੀ। ਤੇ ਅੱਛਾ, ਇਹਦਾ ਜਿਹੜੀ ਪਹਿਲੀ ਤੁੜਾਈ ਹੈ ਤੁਸੀਂ ਕੀ ਸਮਝਦੇ ਹੋ, ਉਹਨੂੰ ਕਿੰਨੇ ਮਣ ਕੁਆਂਟੀਟੀ ਕਿੰਨੀ ਹੋਏਗੀ? ਕਿਸ ਉਹ ਜੇ ਤੁਕਣ ਪਹਿਲਾ ਇੱਕ ਦਾਣਾ ਹੈ ਤੁਹਾਡੇ ਸਾਹਮਣੇ, ਤੇ ਇਸ ਤੋਂ ਪਿੱਛੇ ਜਿਹੜੀ ਤੁੜਾਈ ਆਏਗੀ ਉਹ ਫਿਰ ਇੱਕ ਪੌਦੇ ਨਾਲ ਕਿਸੇ ਬੂਟੇ ਨੇ ਜੇ ਦਾਣਾ ਦੇਣਾ, ਕਿਸੇ ਨਹੀਂ ਦੇਣਾ। ਉਹ ਫਿਰ ਦੂਸਰੀ ਤੁੜਾਈ ਕੇ ਜਿਹੜਾ ਨਾ ਉਹਦੇ ਵਿੱਚ ਫਿਰ ਸਾਰਾ ਮਿਜ਼ਾਰ ਇੱਕੋ ਜਿਹਾ ਹੋ ਜਾਏਗਾ। ਅੱਛਾ, ਤੇ ਮਾਰਕੀਟ ਦੇ ਵਿੱਚ ਇਹਦਾ ਰੇਟ ਕੀ ਚੱਲ ਰਿਹਾ? ਮਾਰਕੀਟ ਵਿੱਚ ਤਾਂ ਅੱਜ ਹੁਣ ਅਸੀਂ ਪਹਿਲੇ ਦਿਨ ਜਾਣਾ, ਕੋਈ ਕਹਿੰਦਾ 2200 ਚੱਲਦਾ ਪਿਆ, ਕੋਈ ਕਹਿੰਦਾ 3500 ਚੱਲਦਾ ਪਿਆ। ਯਾਨੀ ਇੱਕ ਤੋੜੇ ਦਾ? ਹਾਂਜੀ। ਇੱਕ ਤੋੜਾ ਕਿੰਨੇ ਮਤਲਬ ਇਹ ਹੁੰਦਾ 40-45 ਕਿਲੋ। ਅੱਛਾ ਅੱਛਾ, ਸਹੀ ਹੈ। 40-45 ਕਿਲੋ ਦਾ ਤੋੜਾ, ਉਹਦਾ ਤੁਸੀਂ ਕਹਿ ਰਹੇ ਹੋ ਕਿ 3500 ਜਾਂ 2500 ਰੇਟ ਇਸ? ਹਾਂਜੀ, ਉਹ ਦੂਰ ਗਲੀ ਹੈ ਤੇ ਫਿਰ ਜ਼ਿਆਦਾ ਰੇਟ ਲੱਭ ਜਾਂਦਾ ਵੀ, ਉੱਤੇ ਖਰਚਾ ਵੀ ਪੈਣਾ ਹੁੰਦਾ ਜੀ। ਹੁਣ ਇੱਥੋਂ ਇਸਲਾਮਾਬਾਦ ਜਾਂ ਪਿੰਡੀ ਗਲੀ ਹੈ ਜਾਂ ਫੈਸਲਾਬਾਦ ਤੋਂ 100-200 ਉੱਤੇ ਪੈਣਾ, 300। ਸਹੀ। ਮਜ਼ਦੂਰੀਆਂ ਵੀ ਉੱਤੇ ਪੈਣੀਆਂ ਜੀ। ਸਹੀ। ਇੱਕ ਆਮ ਏਕੜ ਜਿਹੜਾ ਅਸੀਂ ਗੰਦਮ ਬੀਜਨੇ ਜਾਂ ਅਸੀਂ ਕੋਈ ਹੋਰ ਫਸਲ ਤੁਸੀਂ ਕਹਿ ਲਓ, ਉਹਦੇ ਨਾਲੋਂ ਇਹਦਾ ਮੁਨਾਫੇ ਦਾ ਕੀ ਤੁਸੀਂ ਸਮਝਦੇ ਹੋ, ਕਿੰਨਾ ਫਰਕ ਹੋਏਗਾ? ਇਹਦਾ ਮੁਨਾਫਾ ਇਹੋ ਹੀ ਹੈ ਜੀ ਵੀ ਇਹ 10-15 ਮਹੀਨੇ ਸਵੇ ਬਾਅਦ, ਹੁਣ 10ਵੇਂ ਮਹੀਨੇ 26 ਤਰੀਕ ਦੀ ਲੱਗੀ ਹੋਈ, ਅੱਜ 14 ਤਰੀਕ ਹੋ ਗਈ। ਇਹ ਹੁਣ ਸਾਡਾ ਰੋਜ਼ੀ ਦਾ ਮਸਲਾ ਵੀ ਚੱਲ ਪਿਆ, ਔਰ ਕਣਕ ਗੱਡਾਂਗੇ ਉਹ 6 ਮਹੀਨੇ ਪਵੇਗਾ। ਸਹੀ ਹੈ। ਠੀਕ ਹੈ। ਮੱਕੀ ਲਾਵਾਂਗੇ ਉਹ ਵੀ ਹੁਣ 4-5 ਮਹੀਨੇ ਅਗਾ ਮੁਕੱਦਰ ਯਾਰ ਨਸੀਬ। ਸਹੀ ਸਹੀ। ਹੁਣ ਜਿਵੇਂ ਕਿ ਮੱਕੀਆਂ ਦੇ ਹਾਲਾਤ ਹੈਗੇ ਸੀ ਤੇ ਕੋਣੀ ਫਿਰ ਜਿਹੜਾ ਵੀ ਹੁਣ ਖਰਚੇ ਪੂਰੇ ਕਰਦੀ। ਇਹਦਾ ਫਿਰ ਇਹ ਵੀ ਥੋੜਾ ਗਣਾ ਕਦੇ ਵੱਧ ਗਿਆ ਰੇਟ, ਕਦੇ ਘਟ ਗਿਆ, ਸਬਜ਼ੀ ਜੋ ਹੈ। ਸਹੀ ਸਹੀ ਸਹੀ। ਹਾਂ, ਇਹ ਅੱਛਾ, ਇਹ ਬਾਰਿਸ਼ ਦੇ ਵਿੱਚ ਤੁਸੀਂ ਸਮਝਦੇ ਹੋ ਈਜ਼ੀ ਹੁੰਦਾ ਚੋਕੀ ਕਰਨਾ, ਤੁੜਾਈ ਕਰਨਾ? ਨਹੀਂ, ਉਹ ਤੁੜਾਈ ਤਾਂ ਫਿਰ ਔਖਿਆਈ ਹੈ। ਈਜ਼ੀ ਤਾਂ ਕੌਣ ਕਹਿੰਦਾ ਈਜ਼ੀ ਹੁੰਦਾ, ਫਿਰ ਮਿਹਨਤ ਕਰਨੀ ਪੈਂਦੀ ਨਾ ਵੀ। ਹੁਣ ਇਹਨੂੰ ਛੱਡੀਏ ਅਸੀਂ ਤਾਂ ਫਿਰ ਨੁਕਸਾਨ ਹੈ। ਸਹੀ ਹੈ। ਅੱਜ ਹੁਣ ਜਿਹੜਾ ਫਸਲ ਟੁੱਟਦਾ ਉਹਨੂੰ 2 ਦਿਨ ਲੇਟ ਕਰੀ ਤਾਂ ਫਿਰ ਨੁਕਸਾਨ ਹੈ। ਫਿਰ ਉਹ ਜਿੱਥੇ ਅੱਜ ਰੁਪਈਏ ਦਾ ਵਿਕਣਾ ਉੱਥੇ ਫਿਰ ਉਹ ਸਵੇਰੇ 12 ਆਨੇ ਦਾ 4 ਆਨੇ ਦਾ ਵਿਕੇਗਾ। ਅੱਛਾ, ਕਿੰਨੀਆਂ ਤੁੜਾਈਆਂ ਇਹਦੀਆਂ ਜਿਹੜੀਆਂ ਤੁੜਾਈਆਂ ਇਹਦੀਆਂ ਹੋ ਜਾਂਦੀਆਂ 8-10। 8-10? ਹਾਂਜੀ। ਅੱਛਾ, ਸਹੀ ਹੈ।
ਤੇ ਹਰ ਤੁੜਾਈ ਤੇ ਤੁਸੀਂ ਇਹ ਸਮਝਦੇ ਹੋ ਕਿ ਬਿਹਤਰੀਨ ਦਾ ਜਿਹੜਾ ਹੈ ਨਾ ਹਰ ਤੁੜਾਈ ਤੇ ਹੁਣ ਤੁੜਾਈ ਕਰਾਂਗੇ ਅਸੀਂ, ਇੱਕ ਤੁੜਾਈ ਇਹਦੀ ਹੋਰ 2-3 ਦਿਨਾਂ ਨੂੰ ਕਰਾਂਗੇ, ਫਿਰ ਇਹਨੂੰ ਖਾਦ ਲਾਵਾਂਗੇ, ਫਿਰ ਹਰ ਤੁੜਾਈ ਤੇ ਇਹਨੂੰ ਨਾਈਟ੍ਰੋਫਾਸ ਦੀ ਬੋਰੀ ਲੱਗੇਗੀ। ਸਹੀ ਹੈ। ਹਾਂ, ਇੱਕ ਤੁੜਾਈ ਕੀਤੀ, ਪਿੱਛੋਂ ਪਾਣੀ ਪਤਲਾ ਹੀ ਲਾਇਆ, ਨਾਈਟ੍ਰੋਫਾਸ ਦੀ ਬੋਰੀ ਲਾ ਦਿੱਤੀ, ਜਿੰਨੀ ਖਾਦ ਖੁਰਾਕ ਦੇਵਾਂਗੇ ਉਹਨਾਂ ਫਿਰ ਇਹ ਫਲ ਦੇਵੇਗੀ। ਸਹੀ ਸਹੀ ਸਹੀ। ਅੱਛਾ, ਇਹ ਤੁਸੀਂ ਧਨੀਆ ਇਹਦੇ ਵਿੱਚ ਇਸ ਵਾਰ ਲਾਇਆ ਕਿ ਜਨਾਬੇ ਵਾਲੀ ਸਾਡਾ ਕੋਈ ਖਰਚਾ ਪੱਠਾ पूरा ਹੁੰਦਾ रहे। अच्छा, उस तो बाद जड़ा है वो मिथ नाजरीन आप देख सकते हैं, मेरा कैमरामैन अगर आपको दिखाए तो ये मल्टी क्रॉपिंग सिस्टम इसको कहते हैं कि हमारे एक फील्ड में जो है वो चीज़ें उन्होंने मेथरा भी लगाया हुआ है, उसके अलावा धनिया भी लगाया हुआ है, और ये सारी चीज़ें मिल के ना जो है वो एक अच्छा भला किसान को कह लें कि ज़िंदगी गुजारने के लिए उसके लिए जो है वो उसकी दिहाड़ी ठीक हो जाती है और मामलात भी ठीक चल जाते हैं। ये गाँव की खूबसूरती है। आप किसान की हालत मेरा कैमरामैन आपको दिखाएगा तो आप देखेंगे कि वो कैसे काम कर रहे हैं। ख़वातीन भी काम करती हैं, मर्द भी काम करते हैं, और वो काम करके शहरों के हवाले करते हैं ये सारी चीज़ें। और शहरों के हवाले जब करते हैं तो उनका मकसद यही होता है कि ज़िंदगी को हम सही तरीके से चला सकें। ये आप देख सकते हैं उनकी मेहनत है। अब तक जो पहली तुड़ाई तक ये फसल पहुंची है, 50,000 खर्चा हो चुका है, और ये सारी की सारी चीज़ें जो हैं वो आपके सामने हैं। आप अगर ये टिंडी लगाना चाहते हैं तो उसके लिए आपको बीज जो है वो रचना सीड कंपनी जो है वहाँ से भी मिल सकता है, और भी बेशुमार कंपनीज हैं। आपने वैसे सीड किस कंपनी का लगाया था? ये रचना है जी, कोई पता नहीं कि कंपनी जिस गोपालपुर लिया है पहली दफा ही। फिर जेड़ा भी काम अगे पिछे चल रही होवे उनका फिर पता होंदा है भी ये फलानी कंपनी दा फलानी दा। सही सही। ते उस हिसाब नाल जेड़ा है। अच्छा नाज़रीन, आप देख रहे हैं कि ये फील्ड जो है वो बड़ा खूबसूरती से उन्होंने घास बिल्कुल उखाड़ा हुआ है। तो ये किसान हर वक्त आप देख रहे हैं, आज बारिश का मौसम है और बारिश हुई है, तो ये किसान जो है वो मेहनत कर रहे हैं। गवर्नमेंट से और जितने भी इदारे जो एग्रीकल्चर को देख रहे हैं उनसे इल्तजा है कि इनके मुनासिब रेट्स जो हैं वो ज़रूर मार्केट में आने चाहिए, ताकि किसान जो हैं वो ये फसलें उगाने के लिए अपने आप को तैयार रखें, मोटिवेटेड रहें। क्योंकि जब आप मेहनत देखते हैं और उसके बाद जब रिज़ल्ट्स देखते हैं या रेट्स देखते हैं तो वो मायूस कौन होते हैं। तो इसलिए गवर्नमेंट के नाम जो आप कोई पैगाम देना चाहें तो वो भी आप हमारे साथ शेयर करें। खर्चे तो फिर जेड़ा भी खर्चे का हिसाब लाइए तो फिर तो कोई ना मेहनत का भी मजदूरियां भी हम 400-500 रुपये दिहाड़ी ते रखिए तो फिर जेड़ा पै जांदियां, और इसते फिर आप ही मजदूरी भी कटाई बनाई सारा भी वाधा घाटा सारा आप ही संभालना होंदा भी सानू फिर वो मजदूरियां बच जांदियां। जे अगर असं मजदूर ते काम रखिए तो 2-3 रुपये गुट्टी दे वो लै जांदे, बूढ़ी 400-500 दिहाड़ी लैंदी पे, ते फिर वो कोई नहीं खाता चलता साडा। ये फिर सानू मजदूरियां कोई बच गईयां। हुकूमत नूं की पैगाम दोगे कि साडे वास्ते कोई मेहरबानी? ये मेहरबानी साडे वास्ते इहो ही है भी खाद स्प्रेयां जेहड़ियां ने इन्हां दा कोई थोड़ा कंट्रोल करन, बत्ती दा थोड़ा कंट्रोल करन। सही है। ते उदू जेहड़ा भी इहो ही है, डीजल डूजल दा ही होर होना सी, उन्हां नूं की आख सकने हैं। बिल्कुल जी, ये हमारे किसान जिस तरह तो 150 तो जा खलोता है। बिल्कुल है। और बोए बनेगी तो फसल होंगे, जो बोए ना बनेगी, पानी ना लभेगा, खाद खुराक ना लभेगी तो फिर कितने जड़ा। बिल्कुल सही। हाँ नाज़रीन, आपने बातें सुनी, ये हमारे किसानों की सादगी का जो है वो आलम है। गवर्नमेंट से भी वो इल्तिजा ही कर रहे हैं कि आप हमारे साथ प्यार मोहब्बत करें, बिजली जो है वो सस्ती करें, उसकी लोड शेडिंग ख़त्म करें। उसके अलावा मार्केट्स में जो रेट्स हैं, जब आड़ती के पास चीज़ जाती है तो वो इतनी महंगी हो जाती है, और जब किसान बेचारा जो है वो ज़मीन के साथ लड़ता रहता है, हर वक्त खून पसीना एक हो जाता है, जब उसकी बारी आती है तो वो जनाब मार्केट में जो है वो मंडी में रेट भी अपनी मर्ज़ी का हो जाता है। तो इस तरह का कोई लाहेअमल बनाया जाए कि हमारे ये जो किसान हैं जो पाकिस्तान के लिए काम कर रहे हैं, उन लोगों को भी राहत और उनको भी मुनाफा जो है वो बेहतरीन मुनाफा दिया जाए। देखते रहिए, एक दोबारा नई वीडियो के साथ हाजिर होंगे। बहुत बहुत शुक्रिया।